2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਕਈ ਹਲਕਿਆਂ ਦੇ ਵਿੱਚ ਦੇਖਣ ਨੂੰ ਮਿਲੇ, ਉਸ ਤੋਂ ਬਾਅਦ ਕੁਝ ਅਜਿਹੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਤੇ ਵੀ ਜਿਹੜੇ ਕਿ ਮਾਮਲੇ ਦਰਜ ਹੋਏ ਨੇ, ਜਿਨ੍ਹਾਂ ਦੇ ਵਿੱਚ ਰਾਣਾ ਸੋਢੀ, ਪਿੰਕੀ ਤੇ ਸੋਨੂ ਸੂਦ ਵੀ ਸ਼ਾਮਿਲ ਨੇ, ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ। ਜੀ 5 ਧਿਰੀ ਮੁਕਾਬਲਾ ਹੋਣ ਕਰਕੇ ਰੀਨਾ ਉੱਥੇ ਕਾਫੀ ਚੌਕਸੀ ਸੀ ਲੋਕਾਂ ਦੀ, ਕਿਉਂਕਿ ਪਹਿਲਾਂ ਜਿਹੜੇ ਇਹਨਾਂ ਦੇ ਪੋਲਿੰਗ ਏਜੰਟ ਹੋਏ ਜੀ ਸਮਰਥਕ ਹੋਏ ਉਹ ਆਮ ਤੌਰ ਤੇ 3 ਧਿਰਾਂ ਹੁੰਦਾ ਸੀ। ਇਸ ਵਾਰ 5-6 ਧਿਰਾਂ ਬਣ ਗਿਆ, ਕੁਝ ਆਜ਼ਾਦ ਵੀ ਖੜੇ ਹੋ ਗਏ। ਹਰੇਕ ਆਈਟਮ ਬੰਬ ਲਈ ਫਿਰਦਾ ਆਪਣੇ ਹੱਥ 'ਚ ਮੋਬਾਈਲ। ਜਿਹਨੂੰ ਜਿੱਥੇ ਮਾੜਾ ਜਿਹਾ ਪਤਾ ਲੱਗਦਾ ਤੁਸੀਂ ਕਦੇ ਦੇਖੋ ਇਹ ਇੱਕ ਬੜਾ ਰੁਝਾਨ ਵੀ ਪੈਦਾ ਹੋ ਗਿਆ, ਬੰਦਾ ਐਕਸੀਡੈਂਟ 'ਚ ਮਰ ਰਿਹਾ, ਤੜਫ ਰਿਹਾ, ਪਹਿਲਾਂ ਮੋਬਾਈਲ ਤੇ ਵੀਡੀਓ ਬਣਾਉਣ ਲੱਗ ਜਾਣਗੇ, ਉਹਨੂੰ ਚੁੱਕ ਕੇ ਫਸਟ ਏਡ ਦੇ ਕੇ ਹਸਪਤਾਲ 'ਚ ਨਹੀਂ ਭੇਜਦੇ। ਤਾਂ ਦੇ ਦੌਰਾਨ ਦੇਖਿਆ ਗਿਆ ਕਿ ਇੱਕ ਨੌਜਵਾਨ ਦੇ ਵੱਲੋਂ ਵੋਟ ਪਾਉਣ ਦੇ ਸਮੇਂ ਸੈਲਫੀ ਲੈ ਗਈ ਤੇ ਉਸ ਨੂੰ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ। ਕਾਫੀ ਚਰਚਾ ਚੱਲੀ ਇਸ ਸੈਲਫੀ ਨੂੰ ਲੈ ਕੇ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਖਤੀ ਵਰਤਦੇ ਹੋਏ ਐਕਸ਼ਨ ਲੈਂਦੇ ਹੋਇਆਂ ਉਹਨਾਂ ਨੇ ਉਸ ਨੌਜਵਾਨ ਤੇ ਮਾਮਲਾ ਦਰਜ ਕਰ ਲਿਆ। ਜਦੋਂ ਇਹਨੇ ਵਾਇਰਲ ਕਰਤੀ, ਇਹ ਸਾਡਾ ਜਿਹੜਾ ਕਾਨੂੰਨ ਹੈ ਉਸ ਦੀ ਉਲੰਘਣਾ ਹੈ। ਤੁਸੀਂ ਆਪਣਾ ਵੋਟ ਕਿਹਨੂੰ ਪਾਇਆ ਇਹ ਡਿਸਕਲੋਜ਼ ਨਹੀਂ ਕਰ ਸਕਦੇ। ਉਹ ਸੰਬੰਧਿਤ ਬੰਦੇ ਨੂੰ ਹੀ ਪਤਾ ਹੁੰਦਾ ਕਿ ਕਿਹਨੂੰ ਪਾਇਆ ਗਿਆ। ਕਈ ਥਾਵਾਂ ਤੇ ਰੀਨਾ ਸ਼ਾਇਦ ਤੁਸੀਂ ਉਹ ਦੇਖਿਆ ਨਹੀਂ ਹੋਣਾ, ਵੀਵੀਪੈਟ ਮਸ਼ੀਨਾਂ ਵੀ ਲੱਗੀਆਂ ਸੀ। ਜਦੋਂ ਤੁਸੀਂ ਉਹਦੀ ਸੁੱਚ ਦੱਬਦੇ ਹੋ ਉਸ ਤੋਂ ਬਾਅਦ ਇੱਕ ਪਰਚੀ ਨਿਕਲਦੀ ਹੈ, ਉਹਦੇ ਤੇ ਪਤਾ ਲੱਗਦਾ ਵੀ ਤੁਸੀਂ ਵੋਟ ਤੁਹਾਡੀ ਜਿੱਥੇ ਦੱਬੀ ਹੈ ਉਸੇ ਨੂੰ ਪੈ ਗਈ। ਸੋ ਇਸ ਕਰਕੇ ਉੱਥੇ ਵੀਵੀਪੈਟ ਮਸ਼ੀਨਾਂ ਲੱਗੀਆਂ ਹੋਈਆਂ ਸਨ। ਕਿ ਸੂਬੇ ਦੇ ਵਿੱਚ ਸੜਕ ਤੇ ਰਹਿਣ ਵਾਲੇ ਬੱਚਿਆਂ ਲਈ ਮੁੜ ਵਸੇਬਾ ਨੀਤੀ ਬਣਾਉਣ ਦੇ ਸੁਝਾਵਾਂ ਨੂੰ ਲਾਗੂ ਕਰਨ ਸੁਪਰੀਮ ਕੋਰਟ। ਅਦਾਲਤਾਂ ਕਹਿੰਦੀਆਂ ਨੇ ਕਿ ਜਿਹੜਾ ਕਿਰਤ ਕਾਨੂੰਨ ਹੈ, ਬਾਲ ਮਜ਼ਦੂਰੀ ਹੈ, ਇਹ ਨਾ ਕਰਾਈ। ਢਿੱਲੋਂ ਜੀ 66 ਥਾਵਾਂ ਦੇ ਉੱਤੇ ਸਟਰੋਂਗ ਰੂਮ ਬਣਾਏ ਗਏ ਨੇ। ਇਹ ਜਿਹੜੇ ਸਾਡੇ ਮੁੱਖ ਚੋਣ ਅਧਿਕਾਰੀ ਨੇ ਡਾਕਟਰ ਐਸ ਕਰਨਾ ਰਾਜੂ ਜੀ, ਉਹਨਾਂ ਨੇ ਕਿਹਾ ਕਿ 66 ਥਾਵਾਂ ਦੇ ਉੱਤੇ ਜਿਹੜੇ ਸਟਰੋਂਗ ਰੂਮ ਬਣੇ ਨੇ, ਹਲਕੇ 117 ਨੇ। 66 ਥਾਵਾਂ ਦੇ ਉੱਤੇ ਕਈ ਜਿਵੇਂ ਕਾਲਜ ਨੇ ਜਿਹੜੇ ਉੱਥੇ ਇੱਕ ਤੋਂ ਵੱਧ ਜਿਹੜੀਆਂ ਇਹ ਬਿਜਲੀ ਮਸ਼ੀਨਾਂ ਰੱਖੀਆਂ ਹੋਈਆਂ ਨੇ। ਜਿਵੇਂ ਧੂਰੀ ਦੇ ਕੋਲੇ ਬੇਰੜਵਾਲ ਕਾਲਜ ਹੈ, ਉੱਥੇ ਸਾਰੇ 7 ਹਲਕਿਆਂ ਦੀਆਂ ਇੱਕੋ ਥਾਂ ਤੇ ਨੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਜਿਹੜੇ ਵਿਸ਼ੇ ਨੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਕਿ ਕਈ ਸਿਆਸੀ ਆਗੂਆਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਵਿੱਚ ਜਿਹੜੇ ਕਿ ਰਾਣਾ ਸੋਢੀ, ਪਿੰਕੀ ਅਤੇ ਸੋਨੂ ਸੂਦ ਤੇ ਵੀ ਮਾਮਲਾ ਦਰਜ ਕੀਤਾ ਗਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਘੱਟ ਵੋਟ ਫੀਸਦੀ ਨੂੰ ਲੈ ਕੇ ਸਰਕਾਰੀ ਹਲਕਿਆਂ 'ਚ ਘਬਰਾਹਟ ਜਿਹੜੀ ਉਹ ਨਜ਼ਰ ਆ ਰਹੀ ਹੈ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਇੱਕ ਨੌਜਵਾਨ ਨੇ ਵੋਟ ਪਾਉਣ ਦੇ ਸਮੇਂ ਆਪਣੀ ਸੈਲਫੀ ਖਿੱਚੀ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲੈਂਦਿਆਂ ਉਸੇ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਵਿਸ਼ੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਕਈ ਹਲਕਿਆਂ ਦੇ ਵਿੱਚ ਦੇਖਣ ਨੂੰ ਮਿਲੇ, ਉਸ ਤੋਂ ਬਾਅਦ ਕੁਝ ਅਜਿਹੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਤੇ ਵੀ ਜਿਹੜੇ ਕਿ ਮਾਮਲੇ ਦਰਜ ਹੋਏ ਨੇ, ਜਿਨ੍ਹਾਂ ਦੇ ਵਿੱਚ ਰਾਣਾ ਸੋਢੀ, ਪਿੰਕੀ ਤੇ ਸੋਨੂ ਸੂਦ ਵੀ ਸ਼ਾਮਿਲ ਨੇ, ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ। ਜੀ ਦੇਖੋ, ਭਾਵੇਂ ਬਹੁਤ ਸਖਤੀ ਵਰਤੀ ਗਈ ਸੀ, ਬਿਲਕੁਲ ਜੀ, ਇੱਕ 5 ਧਿਰੀ ਮੁਕਾਬਲਾ ਹੋਣ ਕਰਕੇ ਰੀਨਾ ਉੱਥੇ ਕਾਫੀ ਚੌਕਸੀ ਸੀ ਲੋਕਾਂ ਦੀ, ਕਿਉਂਕਿ ਪਹਿਲਾਂ ਜਿਹੜੇ ਇਹਨਾਂ ਦੇ ਪੋਲਿੰਗ ਏਜੰਟ ਹੋਏ ਜੀ ਸਮਰਥਕ ਹੋਏ ਉਹ ਆਮ ਤੌਰ ਤੇ 3 ਧਿਰਾਂ ਹੁੰਦਾ ਸੀ। ਇਸ ਵਾਰ 5-6 ਧਿਰਾਂ ਬਣ ਗਿਆ, ਕੁਝ ਆਜ਼ਾਦ ਵੀ ਖੜੇ ਹੋ ਗਏ। ਉਹਦੇ ਨਾਲ ਚੌਕਸੀ ਬਹੁਤ ਜ਼ਿਆਦਾ ਹੋ ਗਈ। ਇੱਕ ਜਿਹੜਾ ਸਭ ਤੋਂ ਵੱਡਾ ਕੰਮ ਹੈ ਜੀ, ਹਰੇਕ ਆਈਟਮ ਬੰਬ ਲਈ ਫਿਰਦਾ ਆਪਣੇ ਹੱਥ 'ਚ ਮੋਬਾਈਲ। ਜਿਹਨੂੰ ਜਿੱਥੇ ਮਾੜਾ ਜਿਹਾ ਪਤਾ ਲੱਗਦਾ ਤੁਸੀਂ ਕਦੇ ਦੇਖੋ ਇਹ ਇੱਕ ਬੜਾ ਰੁਝਾਨ ਵੀ ਪੈਦਾ ਹੋ ਗਿਆ, ਬੰਦਾ ਐਕਸੀਡੈਂਟ 'ਚ ਮਰ ਰਿਹਾ, ਤੜਫ ਰਿਹਾ, ਪਹਿਲਾਂ ਮੋਬਾਈਲ ਤੇ ਵੀਡੀਓ ਬਣਾਉਣ ਲੱਗ ਜਾਣਗੇ, ਉਹਨੂੰ ਚੁੱਕ ਕੇ ਫਸਟ ਏਡ ਦੇ ਕੇ ਹਸਪਤਾਲ 'ਚ ਨਹੀਂ ਭੇਜਦੇ। ਦੂਜਾ ਮਤਲਬ ਇਸ ਦੇ ਵਿੱਚੋਂ ਹੀ ਇਹ ਕਾਰਨ ਨਿਕਲਿਆ ਕਿ ਸੋਨੂ ਸੂਦ ਕਹਿੰਦੇ ਜੀ ਉਹ ਵੀ
ਲੇਟ ਪ੍ਰਚਾਰ ਕਰ ਰਿਹਾ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀ ਹੋਇਆ ਕਿ ਉਹਨਾਂ ਨੇ ਦੇਰ ਤੱਕ ਪ੍ਰਚਾਰ ਕੀਤਾ। ਮਾਨਸਾ 'ਚ ਸਿੱਧੂ ਮੂਸੇਵਾਲਾ, ਪਰਮਿੰਦਰ ਪਿੰਕੀ ਫਿਰੋਜ਼ਪੁਰ ਦਾ, ਆ ਰਾਣਾ ਸੋਢੀ ਦਾ ਕਹਿੰਦੇ ਪੱਤਰਕਾਰਾਂ ਨਾਲ ਵੀ ਬਹਿਸ ਹੋਈ, ਇਹਨਾਂ ਦੇ ਫੋਨ ਖੋਲੇ ਜੀ, ਉੱਥੇ ਪਰਚਾ ਦਰਜ ਹੋਇਆ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੇ ਉੱਤੇ ਵੀ। ਸੋ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਪਰਚਾ ਹੈਗਾ ਉਹ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਹੋਇਆ। ਜਿਸ ਤਰ੍ਹਾਂ ਦੀ ਅਗੌਲ ਦੇ ਪਿੰਡ ਨੇ ਦਿੱਤਾ, ਜਿਸ ਤਰ੍ਹਾਂ ਜਗਰਾਉਂ ਦੇ ਕੋਲ ਜਿਹੜਾ ਸਿੱਧਵਾਂ ਖੁਰਦ ਪਿੰਡ ਹੈ ਜੀ, ਉਹਨਾਂ ਨੇ ਮਿਸਾਲ ਦਿੱਤੀ ਕਿ ਸਾਰੇ ਪਿੰਡ ਇੱਕ ਥਾਂ ਤੇ ਬੈਠਾ ਅੰਦਰ ਜਾ ਕੇ ਵੋਟ ਜਿਹਨੂੰ ਮਰਜ਼ੀ ਪਾਇਓ। ਬੂਥ ਦੇ ਉੱਤੇ ਵੀ ਸਾਰਿਆਂ ਦੇ ਇਕੱਠੇ ਝੰਡੇ ਲੱਗੇ ਹੋਏ ਆ। ਕਈ ਥਾਵਾਂ ਤੇ ਝੰਡੇ ਉਹਨਾਂ ਤੋਂ ਬਿਨਾਂ ਹੀ ਬੈਠੇ ਨੇ। ਬਿਲਕੁਲ ਜੀ, ਸਾਰੇ ਇਕੱਠੇ ਬੈਠੇ ਨੇ। ਤੇ ਕਹਿੰਦੇ ਜਿਹੜਾ ਪ੍ਰਸ਼ਾਦਾ ਪਾਣੀ ਵੀ ਬਣਿਆ ਲੰਗਰ ਦੇ ਰੂਪ ਦੇ ਵਿੱਚ, ਉਹ ਵੀ ਸਾਂਝੇ ਤੌਰ ਤੇ ਹੀ ਬਣਿਆ। ਮੈਨੂੰ ਸਿੱਧਵਾਂ ਖੁਰਦ ਵਾਲਿਆਂ ਦੇ ਇੱਕ ਬੰਦੇ ਨੇ ਦੱਸਿਆ ਕਿ ਜੀ ਉੱਥੇ ਇੱਕ ਦਾਲ ਤੇ ਇੱਕ ਸਬਜ਼ੀ, ਪ੍ਰਸ਼ਾਦੇ। ਕਈ ਥਾਵਾਂ ਦੇ ਉੱਤੇ ਜਿੱਥੇ ਪੈਸਾ ਪੂਸੇ ਦੀ ਸਮਰੱਥਾ ਸੀ ਉੱਥੇ ਜਲੇਬੀਆਂ ਵੀ ਕੱਢੀਆਂ ਨੇ। ਤਾਂ ਸਾਰਿਆਂ ਵਾਸਤੇ ਹੀ ਸੀ। ਜੇ ਕੋਈ ਸਮਰਥਕ ਆ ਗਿਆ, ਕੋਈ ਅਧਿਕਾਰੀ ਆ ਗਿਆ, ਕੋਈ ਬਾਹਰੋਂ ਆ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ। ਸਾਡੇ ਗੁਰੂ ਨੇ ਲੰਗਰ ਦੀ ਪ੍ਰਥਾ ਤਾਂ ਇਹੋ ਜਿਹੀ ਸ਼ੁਰੂ ਕੀਤੀ ਹੈ ਜਿਹੜੀ 20 ਰੁਪਈਆ ਤੋਂ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ, ਅੱਜ ਤੱਕ ਚੱਲੀ ਜਾਂਦੀ ਹੈ। ਕਦੇ ਸੁਣਿਆ ਤੁਸੀਂ ਅੱਜ ਤੱਕ ਵੀ ਲੰਗਰ ਮਸਤਾਨਾ ਹੋ ਗਿਆ, ਘਟ ਗਿਆ? ਕਦੇ ਨਹੀਂ ਹੈ। ਹੋਰ ਕੁਛ ਨਾ ਹੋਵੇ ਤੇ ਦਾਲ ਤੇ ਪ੍ਰਸ਼ਾਦਾ ਤਾਂ ਹਰ ਥਾਂ ਤੇ ਅਵੇਲੇਬਲ ਹੁੰਦਾ। ਬਿਲਕੁਲ ਜੀ। ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਲੱਗਦਾ, ਮੈਨੂੰ ਲੱਗਦਾ ਨਹੀਂ ਪੂਰੇ ਵਿਸ਼ਵ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ। ਉਸ ਦਿਨ 100 ਮੀਲ ਤੱਕ ਲੋਕਾਂ ਨੇ ਲੰਗਰ ਲਾਏ ਹੁੰਦੇ ਆ। ਇੱਕ BBC ਦਾ ਰਿਪੋਰਟਰ ਖੜਕੂਬਾਦ ਤੋਂ ਬਾਅਦ ਸਾਡੇ ਕੋਲੇ ਆ ਗਿਆ ਜੀ, ਮੈਨੂੰ ਕਹਿੰਦਾ ਮੈਂ ਫਤਿਹਗੜ੍ਹ ਸਾਹਿਬ ਦਾ ਢਿੱਲੋਂ ਕਵਰ ਕਰਨ ਵਾਸਤੇ ਆਇਆ, ਮੈਨੂੰ ਕਿਰਪਾ ਕਰਕੇ ਕੋਈ ਪਾਸ ਪੂਸ ਲੈ ਦੇ। ਮੇਰਾ ਮਿੱਤਰ SSP ਲੱਗਿਆ ਹੁੰਦਾ ਸੀ ਫਿਰੋਜ਼ਪੁਰ ਦੇ ਵਿੱਚ, ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ। ਉਹ ਕਹਿੰਦਾ ਵੀ ਜਦੋਂ ਤੁਸੀਂ ਮੇਰੇ ਕੋਲੇ ਪਹੁੰਚ ਜਾਓਗੇ ਤੁਹਾਨੂੰ ਪਾਸ ਵੀ ਮਿਲ ਜਾਣਗੇ। ਮੈਂ ਕਿਹਾ ਜੀ ਉੱਥੇ ਤੱਕ ਆਵਾਂਗੇ ਕਿਵੇਂ? ਕਹਿੰਦੇ ਮੇਰੀ ਜਿਪਸੀ ਲੈ ਕੇ ਆਊਗੀ ਅੱਗੇ ਲੱਗ ਕੇ ਤੁਹਾਡੇ। ਉਹਨਾਂ ਨੇ ਮਾਧੋਪੁਰ ਚੌਂਕ ਦੇ ਵਿੱਚ ਜਿਪਸੀ ਭੇਜਤੀ, ਅਸੀਂ ਜਿਪਸੀ ਦੇ ਪਿੱਛੇ ਉੱਥੇ ਤੱਕ ਪਹੁੰਚ ਗਏ। ਉਹ ਜਾ ਕੇ ਕਹਿੰਦਾ SSP ਸਾਹਿਬ ਮੈਨੂੰ ਐਂ ਦੱਸੋ, ਮੈਂ ਤਾਂ ਦਿੱਲੀ 'ਚ ਬੈਠੇ ਇਹ ਸੁਣਿਆ ਸੀ ਕਿ ਪੰਜਾਬੀ ਗੋਲੀਆਂ ਨਾਲ ਮਾਰਦੇ ਆ, ਕਹਿੰਦਾ ਇੱਥੇ ਤਾਂ ਖਿਲਾ ਕੇ ਮਾਰਦੇ ਆ। ਮੈਂ ਕਿਹਾ ਹੋਇਆ ਕੀ? ਕਹਿੰਦਾ ਜੀ ਪਿੱਛੇ ਪਹਿਲਾਂ ਮੈਂ ਇੱਕ ਤਾਂ ਖੀਰ ਖਾ ਲਈ, ਫਿਰ ਬ੍ਰੈਡ ਪਕੌੜਾ ਖਾ ਲਿਆ, ਅਗਲੇ ਥਾਂ ਦੇ ਉੱਤੇ ਜਲੇਬੀਆਂ ਆ ਗਈਆਂ, ਉਹ ਵੀ ਖਾ ਲਈਆਂ, ਨਵੀਂ ਡਿਸ਼ ਸੀ ਕਹਿੰਦਾ। ਤੇ ਇੱਕ ਥਾਂ ਤੇ ਆਇਆ, ਕਹਿੰਦਾ ਵੀ ਉਹ ਪ੍ਰਸ਼ਾਦਾ ਤੈਨੂੰ ਖਾਣਾ ਹੀ ਪਊਗਾ, ਕਹਿੰਦਾ ਉਹ ਵੀ ਖਾ ਲਿਆ। ਹੁਣ ਤਾਂ ਕਹਿੰਦਾ ਮੇਰੇ ਨਾ ਢਿੱਡ ਦੇ ਵਿੱਚ ਕੋਈ ਚੀਜ਼ ਪੈਂਦੀ ਨਹੀਂ ਸੇ ਜੇ ਇਹ ਸਾਰਾ ਕੁਛ। ਕਹਿੰਦਾ ਮੈਨੂੰ ਤਾਂ ਐਂ ਲੱਗਦਾ ਵੀ ਪੰਜਾਬੀ ਗੋਲੀਆਂ ਨਾਲ ਨਹੀਂ ਖਿਲਾ ਕੇ ਮਾਰਦੇ ਆ। ਹਾਂਜੀ। ਸੋ ਇਹ ਪੰਜਾਬ ਦੀ ਸ਼ਰਧਾ, ਪੰਜਾਬ ਦਾ ਲੰਗਰਾਂ ਦਾ ਉਹ ਹੈ। ਤਾਂ ਜਿੱਥੇ ਪਿਰਤਾਂ ਇਸ ਕਿਸਮ ਦੀਆਂ ਪਈਆਂ, ਇਹ ਜਿਹੜੇ ਪਰਚੇ ਪਹਿਲਾਂ ਦੇ ਮੁਕਾਬਲੇ ਕਾਫੀ ਘਟ ਗਏ। ਅਸੀਂ ਇਹ ਸਮਝਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਇਸ ਤੋਂ ਵੀ ਘਟ ਜਾਣ, ਨਾ ਹੀ ਹੋਣ ਤਾਂ ਚੰਗੀ ਗੱਲ ਹੈ। ਕਈ ਵਾਰ ਇਹ ਲੜਾਈਆਂ ਪੜਾਈਆਂ 3 ਪੀੜ੍ਹੀਆਂ ਤੱਕ ਲੰਘ ਜਾਂਦੀਆਂ ਨੇ। ਜੀ ਜੀ। ਸੋ ਢਿੱਲੋਂ ਜੀ, ਵੋਟਾਂ ਦੇ ਦੌਰਾਨ ਦੇਖਿਆ ਗਿਆ ਕਿ ਇੱਕ ਨੌਜਵਾਨ ਦੇ ਵੱਲੋਂ ਵੋਟ ਪਾਉਣ ਦੇ ਸਮੇਂ ਸੈਲਫੀ ਲਈ ਗਈ ਤੇ ਉਸ ਨੂੰ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ। ਕਾਫੀ ਚਰਚਾ ਚੱਲੀ ਇਸ ਸੈਲਫੀ ਨੂੰ ਲੈ ਕੇ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਖਤੀ ਵਰਤਦੇ ਹੋਏ ਐਕਸ਼ਨ ਲੈਂਦੇ ਹੋਇਆਂ ਉਹਨਾਂ ਨੇ ਉਸ ਨੌਜਵਾਨ ਤੇ ਮਾਮਲਾ ਦਰਜ ਕਰ ਲਿਆ। ਇਹ ਮੁੰਡੇ ਦਾ ਨਾਮ ਇੰਦਰਜੀਤ ਦੱਸਿਆ ਜਾਂਦਾ ਜੀ, ਰੂਪੋਵਾਲ ਪਿੰਡ ਦਾ। ਇਹਨੇ ਉਹ ਵਾਇਰਲ ਕਰਤੀ। ਜਦੋਂ ਇਹਨੇ ਵਾਇਰਲ ਕਰਤੀ, ਇਹ ਸਾਡਾ ਜਿਹੜਾ ਕਾਨੂੰਨ ਹੈ ਉਸ ਦੀ ਉਲੰਘਣਾ ਹੈ। ਤੁਸੀਂ ਆਪਣਾ ਵੋਟ ਕਿਹਨੂੰ ਪਾਇਆ ਇਹ ਡਿਸਕਲੋਜ਼ ਨਹੀਂ ਕਰ ਸਕਦੇ। ਉਹ ਸੰਬੰਧਿਤ ਬੰਦੇ ਨੂੰ ਹੀ ਪਤਾ ਹੁੰਦਾ ਕਿ ਕਿਹਨੂੰ ਪਾਇਆ ਗਿਆ। ਕਈ ਥਾਵਾਂ ਤੇ ਰੀਨਾ, ਸ਼ਾਇਦ ਤੁਸੀਂ ਉਹ ਦੇਖਿਆ ਨਹੀਂ ਹੋਣਾ, ਵੀਵੀਪੈਟ ਮਸ਼ੀਨਾਂ ਵੀ ਲੱਗੀਆਂ ਸੀ। ਤੁਸੀਂ ਵੋਟ ਪਾ ਕੇ ਆਏ ਹੋ ਐਕਟੀ ਜੀ। ਜਦੋਂ ਤੁਸੀਂ ਉਹਦੀ ਸੁੱਚ ਦੱਬਦੇ ਹੋ, ਉਸ ਤੋਂ ਬਾਅਦ ਇੱਕ ਪਰਚੀ ਨਿਕਲਦੀ ਹੈ, ਉਹਦੇ ਤੇ ਪਤਾ ਲੱਗਦਾ ਵੀ ਤੁਸੀਂ ਵੋਟ ਥੋੜੀ ਜਿੱਥੇ ਦੱਬੀ ਹੈ ਉਸੇ ਨਹੀਂ ਪੈਗੀ। ਸੋ ਇਸ ਕਰਕੇ ਉੱਥੇ ਵੀਵੀਪੈਟ ਮਸ਼ੀਨਾਂ ਲੱਗੀਆਂ ਹੋਈਆਂ ਸਨ। ਸੋ ਇਸ ਕਰਕੇ ਉਸ ਪਾਸੇ ਉਸ ਤਰ੍ਹਾਂ ਦੀ ਗੱਲ ਵਾਪਰੀ। ਪਰ ਮੈਂ ਇੱਕ ਗੱਲ ਕਹਾਂ ਕਿ ਲੋਕਾਂ ਨੇ ਉਤਸ਼ਾਹ ਦਿਖਾਇਆ, ਚੰਗੀ ਗੱਲ ਹੈ। ਇਹ ਜਿਹੜੀਆਂ ਮਾੜੀਆਂ ਮੋਟੀਆਂ ਲੜਾਈਆਂ ਪੜਾਈਆਂ ਹੋਈਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਆ 32 ਸਾਲਾਂ ਦਾ ਮੁੰਡਾ, ਉਹਨੇ ਜਿਹੜੀ ਮੂਰਖਤਾ ਕੀਤੀ ਹੈ ਬਹੁਤ ਮਾੜੀ ਹੈ। ਪਰਚਾ ਦਰਜ ਹੋ ਗਿਆ। ਇਹਦੇ ਤੇ
ਕੋਈ ਸਬੂਤ ਦੇਣ ਦੀ ਜ਼ਰੂਰਤ ਨਹੀਂ। ਧਾਰਾ ਹੀ ਇਸ ਕਿਸਮ ਦੀ ਹੈ ਕਿ ਇਹਦੇ ਵਿੱਚ ਇਹਨੂੰ ਸਜ਼ਾ ਹੋ ਜਾਣੀ ਹੈ ਤੇ ਬੱਚਿਆਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਜਾਂਦਾ ਹੈ। ਜੀ ਜੀ ਬਿਲਕੁਲ ਢਿੱਲੋਂ ਜੀ, ਕਿਉਂਕਿ ਕਾਫੀ ਚਰਚਾ ਚੱਲੀ ਸੀ ਇਸ ਫੋਟੋ ਨੂੰ ਲੈ ਕੇ, ਜਿਸ ਤੋਂ ਬਾਅਦ ਹੁਣ ਐਕਸ਼ਨ ਵੀ ਲਿਆ ਗਿਆ। ਸੋ ਇਸ ਦੇ ਨਾਲ ਹੀ ਢਿੱਲੋਂ ਜੀ ਚਰਚਾ ਕਰਾਂਗੇ ਕਿ ਸੂਬੇ ਦੇ ਵਿੱਚ ਸੜਕ ਤੇ ਰਹਿਣ ਵਾਲੇ ਬੱਚਿਆਂ ਲਈ ਮੁੜ ਵਸੇਬਾ ਨੀਤੀ ਬਣਾਉਣ ਦੇ ਸੁਝਾਵਾਂ ਨੂੰ ਲਾਗੂ ਕਰਨ ਸੁਪਰੀਮ ਕੋਰਟ। ਸੁਪਰੀਮ ਕੋਰਟ ਆਪਣੇ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਾਰੀ ਕਰਦਾ ਹੈ ਜੀ। ਸੁਪਰੀਮ ਕੋਰਟ ਨੇ ਸਮੇਂ-ਸਮੇਂ ਸਿਰ ਕਈ ਅਜਿਹੀਆਂ ਹਦਾਇਤਾਂ ਵੀ ਕੀਤੀਆਂ ਨੇ ਜਿਹਦੇ ਨਾਲ ਉਹ ਲਾਲ ਫੀਤਾਸ਼ਾਹੀ, ਅਫਸਰਸ਼ਾਹੀ, ਰਾਜਸੀ ਲੋਕਾਂ ਨੂੰ ਆਖਦੇ ਨੇ ਜੀ ਕਿ ਇਹਨਾਂ ਨੂੰ ਇਕੱਲਾ ਤੁਸੀਂ ਆਮ ਕਾਨੂੰਨ ਤੱਕ ਨਾ ਰੱਖਿਆ ਜਾਵੇ, ਇਹਨੂੰ ਜ਼ਮੀਨੀ ਪੱਧਰ ਤੇ ਜਾ ਕੇ ਲਾਗੂ ਕੀਤਾ ਜਾਵੇ। ਸੋ ਰੀਨਾ ਜੀ, ਇਸ ਵੇਲੇ ਮੈਂ ਸਮਝਦਾ ਕਿ ਜਿਨ੍ਹਾਂ ਨੇ ਇਹ ਕੀਤਾ ਜੀ, ਕਿਉਂਕਿ ਮੁੜ ਵਸੇਬਾ ਵਾਲੇ ਆਮ ਤੌਰ ਤੇ ਦੇਖਿਆ ਅਦਾਲਤਾਂ ਕਹਿੰਦੀਆਂ ਨੇ ਕਿ ਜਿਹੜਾ ਕਿਰਤ ਕਾਨੂੰਨ ਹੈ, ਬਾਲ ਮਜ਼ਦੂਰੀ ਹੈ, ਇਹ ਨਾ ਕਰਾਈ ਜਾਵੇ ਜੀ। ਪਰ ਠੀਕ ਕਿਹਾ ਸੁਪਰੀਮ ਕੋਰਟ ਨੇ ਕਿ ਜ਼ਮੀਨੀ ਹਕੀਕਤਾਂ ਦੇਖੋ। ਰੀਨਾ, ਮੈਨੂੰ ਦੱਸੋ ਵੀ ਜਦੋਂ ਜਿਹੜੇ ਬੱਚੇ ਬਾਲ ਮਜ਼ਦੂਰੀ ਨਹੀਂ ਕਰਦੇ ਉਹਨਾਂ ਦਾ ਕੋਈ ਮੁੜ ਵਸੇਬੇ ਦਾ ਸਾਧਨ ਹੁੰਦਾ? ਉਹਨਾਂ ਨੂੰ ਤੁਸੀਂ ਉੱਥੋਂ ਹਟਾ ਦਿੰਦੇ ਹੋ। ਮੈਂ ਤੁਹਾਡੇ ਪਿੰਡਾਂ ਵੱਲ ਦੀ ਗੱਲ ਕਰਾਂ ਜੀ। ਇੱਕ ਵਾਰ ਇੱਥੇ ਐਸਡੀਐਮ ਸਾਹਿਬ ਹੁੰਦੇ ਸੀਗੇ ਗੁਰਪਾਲ ਸਿੰਘ ਚਹਿਲ ਜੀ। ਇਹ ਬਾਲ ਮਜ਼ਦੂਰੀ ਵਾਲੇ ਦੇ ਵਿੱਚ ਮੈਂ ਵੀ ਮੈਂਬਰ ਸੀ ਕਮੇਟੀ ਦਾ। ਘੱਗੇ ਪੱਠੇ ਤੇ ਲੈ ਗਏ ਜੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ? ਉਹ ਕਹਿੰਦੇ ਜੀ ਵੀ 2000 ਰੁਪਇਆ ਤੋਂ 2500 ਰੁਪਇਆ ਅਸੀਂ ਇਹਨਾਂ ਬੱਚਿਆਂ ਨੂੰ ਦਿੰਨੇ ਆ ਮਹੀਨੇ ਦਾ, ਤਿੰਨੇ ਟਾਈਮ ਦੀ ਰੋਟੀ, 2-2 ਵਰਦੀਆਂ, ਭਾਵ 2 ਗਰਮੀਆਂ ਦੀਆਂ, 2 ਸਰਦੀਆਂ ਦੀਆਂ। ਸਰਦੀਆਂ ਦੀ ਵੀ ਕਹਿੰਦੇ ਸੀ ਰੈਕ ਚੋਂ ਸਮਾਨ ਨਹੀਂ ਲੈ ਕੇ ਆਉਂਦੇ, ਨਵਾਂ ਲੈ ਕੇ ਦਿੰਨੇ ਆ ਇਹਨਾਂ ਨੂੰ। ਇਹ ਵੱਖਰੀ ਗੱਲ ਹੈ, ਕੋਈ ਬ੍ਰਾਂਡਡ ਨਾਮ ਵੀ ਹੋਊਗਾ ਜੀ, ਪਰ ਦਿੰਨੇ ਆ ਇਹਨਾਂ ਨੂੰ ਵੱਖਰਾ। ਔਰ ਤੁਸੀਂ ਜਾ ਕੇ ਦੇਖੋ 2 ਕੂਲਰ ਲੱਗੇ ਨੇ ਉਹ ਕਮਰੇ ਦੇ ਵਿੱਚ ਵੱਡੇ, ਤੇ ਟੀਵੀ ਵੀ ਲੱਗਿਆ। ਪਹਿਲੀ ਗੱਲ ਤਾਂ ਕਹਿੰਦੇ ਜਿਹੜਾ ਬੱਚਾ ਸ਼ਾਮ ਤੱਕ ਕੰਮ ਕਰ ਲੈਂਦਾ ਹੈ ਉਹ ਪੁੱਠੇ ਪਾਸੇ ਜਾਂਦਾ ਹੀ ਨਹੀਂ। ਬਿਲਕੁਲ ਜੀ। ਉਹ ਥੱਕ ਜਾਂਦਾ ਹੈ, ਨੀਂਦ ਆ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਇੱਕ ਸੁਝਾਅ ਦਿੱਤਾ, ਮੈਂ ਕਿਹਾ ਐਸਡੀਐਮ ਸਾਹਿਬ ਆਪਾਂ ਇੱਕ ਕੰਮ ਕਰੀਏ, ਇਹਨਾਂ ਨੂੰ ਇਹ ਕਹੋ ਕਿ ਤਕਰੀਬਨ 20-22 ਬੱਚੇ ਨੇ ਇੱਥੇ ਕੰਮ ਕਰਦੇ, ਇਹ ਇੱਕ ਟੀਚਰ ਰੱਖਣ, ਇਹਨਾਂ ਨੂੰ ਪ੍ਰਾਈਵੇਟ ਤੌਰ ਦੇ ਉੱਤੇ ਪ੍ਰਾਇਮਰੀ, ਮਿਡਲ ਤੇ ਹਾਈ ਪਾਸ ਕਰਾਈ ਜਾਵੇ। ਉਹ ਪੱਠੇ ਵਾਲਾ ਮਾਲਕ ਇਸ ਗੱਲ ਨੂੰ ਮੰਨ ਗਿਆ, ਕਹਿੰਦਾ ਜੀ ਤੁਹਾਡੀ ਇਹ ਗੱਲ ਮਨਜ਼ੂਰ, ਮੈਂ ਕਰ ਦਿਆਂਗਾ। ਜਿਹੜਾ ਦਿੱਲੀ ਤੋਂ ਬੰਦਾ ਚੱਲ ਕੇ ਆਇਆ ਉਹਨੇ ਉਹ ਬੱਚੇ ਹਟਾ ਤੇ। ਨਹੀਂ ਜੀ, ਮੈਨੂੰ ਯਾਦ ਆ ਮੈਂ ਆਪਣਾ ਵਿਰੋਧ ਦਰਜ ਕੀਤਾ ਉਹਦੇ 'ਚ ਵੀ ਨਾ, ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਹਫ਼ਤੇ ਬਾਅਦ ਉਹੀ ਬੱਚੇ ਸਟੇਟ ਬੈਂਕ ਆਫ ਪਟਿਆਲਾ ਜਾਂ ਬਿਜਲੀ ਬੋਰਡ ਸ਼ੇਰਾਂ ਵਾਲਾ ਗੇਟ ਦੇ ਮੂਹਰੇ ਭੀਖ ਮੰਗਦੇ ਸੀ। ਹੁਣ ਮੈਨੂੰ ਐਂ ਦੱਸੋ, ਉੱਥੇ ਕੰਮ ਕਰਦੇ ਚੰਗੇ ਸੀ ਜਾਂ ਇੱਥੇ ਸੜਕਾਂ ਤੇ ਭੀਖ ਮੰਗਦੇ? ਬਿਲਕੁਲ ਜੀ। ਇਸ ਕਰਕੇ ਮਾਣਯੋਗ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਮੁੱਖ ਜੱਜ ਸਾਹਿਬ ਨੇ, NV ਰਮੰਨਾ ਸਾਹਿਬ, ਉਹ ਇਹੀ ਗੱਲ ਕਹਿੰਦੇ ਆ ਕਿ ਜੇ ਕੁਝ ਕਰਦੇ ਹੋ ਤਾਂ ਜ਼ਮੀਨੀ ਪੱਧਰ ਤੇ ਜਾ ਕੇ ਉਹਨੂੰ ਲਾਗੂ ਕਰੋ। ਉਹ ਲਾਗੂ ਨਹੀਂ ਹੁੰਦਾ। ਇਹੀ ਗੱਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਦੇ ਮੁੜ ਵਸੇਬੇ ਲਈ ਸੋਚੋ। ਮੈਂ ਸਮਝਦਾ ਕਿ ਬੱਚਿਆਂ ਨੂੰ ਕੰਮ ਤੇ ਲਾਉਣਾ ਕੋਈ ਔਖਾ ਨਹੀਂ। ਜਿਹੜੇ ਬੱਚਿਆਂ ਨੂੰ ਅਸੀਂ ਘਰਾਂ 'ਚ ਰੱਖਦੇ ਹਾਂ ਉਹ ਬੰਦਾ ਆਪਦੇ ਬੱਚੇ ਤੋਂ ਪਿਆਰਾ ਬਣ ਕੇ ਰਹਿੰਦਾ, ਤਿੰਨੇ ਟਾਈਮ ਦਾ ਪ੍ਰਸ਼ਾਦਾ। ਉਹਨਾਂ ਦਾ ਕੁਝ ਪੈਸੇ ਵੀ ਦਿੰਦੇ ਨੇ, ਮੰਨ ਲਓ ਜੇ 5000 ਵੀ ਦੇਤਾ ਤਾਂ ਉਹਦਾ ਬੱਚੇ ਦਾ ਖਰਚ ਤਾਂ ਕੋਈ ਨਹੀਂ, ਕੱਪੜਾ ਸਾਰਾ ਦੇਤਾ, ਉਹਦਾ 60-65 ਹਜ਼ਾਰ ਰੁਪਇਆ ਮਹੀਨੇ ਦਾ ਜੁੜ ਗਿਆ। ਜੇ 10 ਸਾਲ ਕਿਸੇ ਘਰ 'ਚ ਬੱਚਾ ਲਾ ਗਿਆ ਤਾਂ 6 ਲੱਖ ਰੁਪਇਆ ਜੁੜ ਗਿਆ ਉਹਦੇ ਖਾਤੇ 'ਚ। ਉਹ ਵਿਆਜ ਪੈ ਕੇ 8-10 ਲੱਖ ਦਾ ਬਣ ਜਾਊਗਾ। ਉਹ ਕੰਮ ਚੰਗਾ ਜਾਂ ਉਹਨਾਂ ਨੂੰ ਇੱਥੇ ਲਿਆ ਕੇ ਭੀਖ ਮੰਗਾਉਣੀ ਚੰਗੀ? ਭੀਖ ਦੇ ਵਿੱਚ ਵੀ ਇਹ ਰੀਨਾ, ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਸਾਰੇ ਗਰੋਹ ਨੇ ਜਿਹੜੇ ਇਹਨਾਂ ਬੱਚਿਆਂ ਦੇ ਹੱਥ ਪੈਰ ਤੋੜਦੇ ਆ। ਸਹਾਰਨਪੁਰ ਦੇ ਵਿੱਚ ਬਹੁਤ ਇਹ ਗਰੋਹ ਚੱਲਦਾ ਹੈ। ਇਹ ਚੀਜ਼ਾਂ ਦੇ ਨਾਲੋਂ ਜਿਹੜੇ ਮੁੱਖ ਜੱਜ ਸਾਹਿਬ ਗੱਲ ਕਰਦੇ ਆ ਕਿ ਇਹਨਾਂ ਦਾ ਮੁੜ ਵਸੇਬਾ ਕਰੋ, ਇਹ ਸਵਾਗਤਯੋਗ ਕਦਮ ਹੈ। ਜੀ ਜੀ। ਢਿੱਲੋਂ ਜੀ, ਭਗਵੰਤ ਮਾਨ ਨੇ ਜਿਹੜੀਆਂ ਵੋਟਾਂ ਸ਼ਾਂਤਪੂਰਵਕ ਪਈਆਂ ਨੇ, ਉਸ ਨੂੰ ਲੈ ਕੇ ਜਿੰਨੇ ਵੀ ਇਹ ਲੋਕ ਸੀ ਵੋਟਾਂ ਭੁਗਤਾਉਣ ਵਾਲੇ, ਉਹਨਾਂ ਪਿੰਡ ਵਾਸੀਆਂ ਦਾ ਤੇ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ। ਭਗਵੰਤ ਮਾਨ ਸਾਹਿਬ ਦੂਜੀ ਵਾਰ ਦੇ ਮੈਂਬਰ ਪਾਰਲੀਮੈਂਟ ਨੇ। ਅਜੇ ਤੱਕ ਤਾਂ ਆਮ ਆਦਮੀ ਪਾਰਟੀ ਦਾ ਕੋਈ ਪੰਜਾਬ ਤੋਂ ਇਲਾਵਾ ਬਾਹਰਲਾ ਕਿਸੇ ਰਾਜ ਤੋਂ ਕੋਈ ਮੈਂਬਰ ਬਣਿਆ ਨਹੀਂ।
ਤੇ ਉਹਨਾਂ ਨੇ ਕਿਹਾ ਕਿ ਸਾਰਿਆਂ ਦਾ ਬਹੁਤ ਧੰਨਵਾਦ, ਸਾਰੇ ਲੋਕਾਂ ਨੇ ਵੱਡੀ ਗਿਣਤੀ 'ਚ, ਕਿਉਂਕਿ ਮੁੱਖ ਮੰਤਰੀ ਚਿਹਰਾ ਨੇ। ਕੱਲ ਉਹਨਾਂ ਦੇ ਮਾਤਾ ਜੀ ਨੂੰ ਵੀ ਮੀਡੀਆ ਵਾਲੇ ਮਿਲਣ ਗਏ ਤਾਂ ਮਾਤਾ ਜੀ ਕਹਿੰਦੇ ਵੀ ਸਾਡੇ ਤਾਂ ਕਦੇ ਕੋਈ ਪਹਿਲਾ ਪਿੰਡ ਦਾ ਸਰਪੰਚ ਵੀ ਨਹੀਂ ਬਣਿਆ ਸਾਡੇ 'ਚੋਂ, ਤੇ ਜੇ ਮੇਰਾ ਪੁੱਤ ਮੁੱਖ ਮੰਤਰੀ ਬਣੂਗਾ, ਉਹਨਾਂ ਨੇ ਕਿਹਾ ਕਿ 2 ਚੀਜ਼ਾਂ ਉਹਨੂੰ ਬਹੁਤ ਪਸੰਦ ਨੇ, ਮੱਕੀ ਦੀ ਰੋਟੀ ਤੇ ਸਾਗ, ਗਾਜਰ ਮਟਰ ਤੇ ਨਾਲ। ਕਹਿੰਦੇ ਉਹ ਮਤਲਬ ਪਿਛਲੇ ਸਮੇਂ ਤੋਂ ਪ੍ਰਸ਼ਾਦੇ 2 ਹੀ ਛਕਦਾ ਹੈ, ਤੀਜਾ ਨਹੀਂ ਖਾਂਦਾ। ਸੋ ਕਹਿੰਦੇ ਵੀ ਇਹ ਉਹਦੇ ਸ਼ੌਕ ਨੇ। ਜਦੋਂ ਵੀ ਉਹ ਘਰੇ ਆਉਂਦਾ ਉਹਦੀਆਂ 2 ਹੀ ਗੱਲਾਂ ਹੁੰਦੀਆਂ ਨੇ ਵੀ ਮਾਤਾ ਸਾਗ ਤੇ ਮੱਕੀ ਦੀ ਰੋਟੀ ਤੇ ਗਾਜਰ ਮਟਰ ਜਿਹੜਾ ਉਹ ਬਣਾ ਕੇ ਰੱਖੀ। ਸੋ ਜਿਹੜੇ ਰਾਸੀ ਆਗੂ ਹੈ ਭਗਵੰਤ ਸਿੰਘ ਮਾਨ ਨੇ ਜਿਹੜੀ ਗੱਲ ਕਹੀ ਹੈ ਠੀਕ ਹੈ, ਉਹ ਮੁੱਖ ਮੰਤਰੀ ਦਾ ਚਿਹਰਾ ਨੇ, ਉਹਨਾਂ ਨੇ ਸਾਰੇ ਪੰਜਾਬੀਆਂ ਦਾ ਧੰਨਵਾਦ ਕੀਤਾ। ਢਿੱਲੋਂ ਜੀ, ਘੱਟ ਵੋਟ ਫੀਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਹਲਕੇ ਨੇ ਉਹਨਾਂ 'ਚ ਘਬਰਾਹਟ ਜ਼ਰੂਰ ਲੱਗ ਰਹੀ ਹੈ। ਦੇਖੋ ਪਤਾ ਕੀ ਹੁੰਦਾ ਰੀਨਾ, ਇੱਕ ਤਾਂ 5 ਧਿਰੀ ਮੁਕਾਬਲਾ ਹੈ, ਵੋਟਾਂ ਦੀ ਕਾਟ ਕਾਫੀ ਪਾਸੇ ਤੋਂ ਵੱਜੀ ਹੈ, ਕਈ ਥਾਵਾਂ ਦੇ ਉੱਤੇ ਘੱਟ ਵੋਟ ਪਈ ਹੈ। ਪਤਾ ਨਹੀਂ ਇਹਨਾਂ ਨੇ ਕਿਹੜੇ ਅੰਕੜੇ ਨਾਲ ਦੇਖਿਆ। ਆਮ ਤੌਰ ਤੇ ਜੇ ਵੋਟ ਲੋੜ ਤੋਂ ਵੱਧ ਪੈ ਜਾਵੇ, ਐਕਤੀ ਤਾਂ ਵੈਸੇ ਹੀ 5-7% ਵੋਟ ਘੱਟ ਪਈ ਹੈ ਜੀ, ਬਿਲਕੁਲ ਪੰਜਾਬ ਦੇ ਵਿੱਚ ਪਿਛਲੇ 17 ਦੇ ਮੁਕਾਬਲੇ 70 ਤੋਂ ਵੀ ਘੱਟ ਆ, 75% ਪਏ ਆ। ਪਿਛਲੇ ਸਾਲ 77 ਤੋਂ ਵੱਧ ਸੀ। ਤੇ ਆਮ ਤੌਰ ਤੇ ਜੇ ਵੋਟ ਵੱਧ ਗਿਣਤੀ ਵਿੱਚ ਪੈ ਜਾਵੇ ਤਾਂ ਜਿਹੜੀ ਸਰਕਾਰ ਚਲਾਉਂਦੀ ਪਾਰਟੀ ਹੁੰਦੀ ਹੈ ਉਹ ਉਹਨਾਂ ਦੇ ਉਲਟ ਜਾਣ ਦੀ ਗੱਲ ਹੁੰਦੀ ਹੈ ਜੀ। ਇਸ ਵਾਰ ਸ਼ਹਿਰਾਂ ਦੇ ਵਿੱਚ ਘੱਟ ਪਈ ਹੈ। ਇੱਕ ਤਾਂ ਸ਼ਹਿਰਾਂ ਦੇ ਵਿੱਚ ਵੈਸੇ ਹੀ ਘੱਟ ਪੈਂਦੀ ਆ, ਪਟਿਆਲਾ 60 ਤੋਂ ਕਦੇ ਨਹੀਂ ਟੱਪਦਾ, ਇੱਥੇ ਜੀ ਖੜਾ ਰਹਿੰਦਾ ਜਿੱਥੇ ਹੁਣ ਵੀ ਹੈ ਜੀ। ਜੇ 5 ਉਮੀਦਵਾਰ ਖੜਨ ਦੇ ਬਾਵਜੂਦ ਵੀ ਉੱਥੇ ਹੀ ਖੜੇ ਹੈਗੇ, ਇਹ ਆਪਣੀ ਰਵਾਇਤ ਤੇ ਖੜਾ ਹੈਗਾ। ਸ਼ਹਿਰੀ ਖੇਤਰ ਦੇ ਵਿੱਚ ਘੱਟ ਤੇ ਪਿੰਡਾਂ ਦੇ ਵਿੱਚ ਜ਼ਿਆਦਾ ਵੋਟਾਂ ਦਾ ਪੈਣਾ ਕੁਝ ਨਹੀਂ ਪਤਾ ਲੱਗ ਸਕਿਆ ਕਿ ਲੋਕਾਂ ਨੇ ਕਿਸ ਚੀਜ਼ ਨੂੰ ਤਰਜੀਹ ਦਿੱਤੀ ਹੈ ਜੀ। ਢਿੱਲੋਂ ਜੀ, 66 ਥਾਵਾਂ ਦੇ ਉੱਤੇ ਸਟਰੋਂਗ ਰੂਮ ਬਣਾਏ ਗਏ ਨੇ। ਇਹ ਜਿਹੜੇ ਸਾਡੇ ਮੁੱਖ ਚੋਣ ਅਧਿਕਾਰੀ ਨੇ ਡਾਕਟਰ ਐਸ ਕਰਨਾ ਰਾਜੂ ਜੀ, ਉਹਨਾਂ ਨੇ ਕਿਹਾ ਕਿ 66 ਥਾਵਾਂ ਦੇ ਉੱਤੇ ਜਿਹੜੇ ਸਟਰੋਂਗ ਰੂਮ ਬਣੇ ਨੇ, ਹਲਕੇ 117 ਨੇ। 66 ਥਾਵਾਂ ਦੇ ਉੱਤੇ ਕਈ ਜਿਵੇਂ ਕਾਲਜ ਨੇ ਜਿਹੜੇ ਉੱਥੇ ਇੱਕ ਤੋਂ ਵੱਧ ਜਿਹੜੀਆਂ ਇਹ ਬਿਜਲੀ ਮਸ਼ੀਨਾਂ ਰੱਖੀਆਂ ਹੋਈਆਂ ਨੇ। ਜਿਵੇਂ ਧੂਰੀ ਦੇ ਕੋਲੇ ਬੇਰੜਵਾਲ ਕਾਲਜ ਹੈ, ਉੱਥੇ ਸਾਰੇ 7 ਹਲਕਿਆਂ ਦੀਆਂ ਇੱਕੋ ਥਾਂ ਤੇ ਨੇ ਤੇ 3 ਧਿਰੀ ਉੱਥੇ ਜਿਹੜਾ ਹੈਗਾ 3 ਲੇਅਰ ਟ੍ਰਿਪਲ ਲੇਅਰ ਸਿਕਿਉਰਿਟੀ ਹੈ। CCTV ਕੈਮਰੇ ਲੱਗੇ ਹੋਏ ਨੇ, ਕੋਈ ਲੱਗਦਾ ਨਹੀਂ ਕਿ ਉੱਥੇ ਕੋਈ ਕਿਸੇ ਕਿਸਮ ਦਾ ਹੋਏ। ਇੱਕ ਚੀਜ਼ ਲੋਕਾਂ ਦੇ ਵਿੱਚ ਜ਼ਰੂਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ VOTING ਮਸ਼ੀਨਾਂ ਮੱਧ ਪ੍ਰਦੇਸ਼ ਤੋਂ ਆਈਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੋਂ ਸਰਕਾਰ ਖੋਹੀ ਹੈ। ਬਣਿਆ ਤਾਂ ਕਮਲਨਾਥ ਸੀ, ਜੋਤੀ ਆਦਿੱਤਿਆਨਾਥ ਜਿਹੜਾ ਹੈਗਾ ਮੁੰਡਾ ਉਹਨੂੰ ਸਾਂਭਿਆ ਨਹੀਂ ਗਿਆ। ਜੋਤੀ ਆਦਿੱਤਿਆ ਰਾਏ ਸਿੰਧੀਆ ਜੀ, ਉਹ ਵੱਖਰਾ ਹੋ ਗਿਆ, ਭਾਰਤੀ ਜਨਤਾ ਪਾਰਟੀ 'ਚ ਰਹਿ ਗਿਆ, ਸਰਕਾਰ ਤੋੜਤੀ, ਉਹ ਜਾ ਕੇ ਡਿਪਟੀ ਮੁੱਖ ਮੰਤਰੀ ਬਣ ਗਿਆ ਜੀ। ਸੋ ਉਹ ਕਹਿੰਦੇ ਆ ਵੀ ਮੱਧ ਪ੍ਰਦੇਸ਼ ਤੋਂ ਇਹ ਚੋਣਾਂ ਆਈਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਹਾਕਮ ਧਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਕਿਤੇ ਇਹ ਨਾ ਹੋਵੇ ਉੱਥੇ ਉਹਨਾਂ ਨੇ ਕੋਈ ਤੋੜ ਭੰਨ ਕੀਤੀ ਹੋਵੇ ਜੀ। ਢਿੱਲੋਂ ਜੀ, ਬਾਈਬਲ ਕਲਾ ਗੋਲੀकांड ਦੇ ਜਿਹੜੇ ਪੀੜਤ ਸੀ ਉਹਨਾਂ ਨੇ ਵੋਟ ਨਹੀਂ ਪਾਈ। ਬਾਈਬਲ ਕਲਾਂ ਦੇ ਵਿੱਚ 2 ਮੁੰਡਿਆਂ ਦਾ ਉਦੋਂ ਕਤਲ ਹੋਇਆ ਸੀ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਪਿਛਲੇ ਸਮੇਂ ਤੋਂ ਇਨਸਾਫ ਨਾ ਮਿਲਦਿਆਂ ਦੇਖ ਕੇ ਉੱਥੇ ਧਰਨਾ ਲਗਾਤਾਰ ਚੱਲ ਰਿਹਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈਗਾ ਆਪਾਂ ਕਾਫੀ ਹੱਦ ਤੱਕ ਜਿਹੜੀਆਂ ਬਿਲਕੁਲ ਅਸੀਂ ਵੋਟਾਂ ਨਹੀਂ ਪਾਉਣੀਆਂ ਨਾ। ਪਿਛਲੀ ਸਰਕਾਰ ਵੇਲੇ ਇਹ ਘਟਨਾਕ੍ਰਮ ਵਾਪਰਿਆ। ਮੌਜੂਦਾ ਕਾਂਗਰਸ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੱਕੀ ਸੀ ਗੁਟਕੇ ਦੀ ਕਿ ਨਸ਼ਾ ਤੇ ਬੇਅਦਬੀ ਵਾਲਿਆਂ ਨੂੰ ਮੈਂ ਪਹਿਲ ਦੇ ਆਧਾਰ ਤੇ ਸਜ਼ਾਵਾਂ ਦੇਵਾਂਗਾ। ਸਜ਼ਾਵਾਂ ਉਹਨਾਂ ਨੇ ਨਹੀਂ ਦਿੱਤੀਆਂ। ਇਸ ਕਰਕੇ ਸਾਡਾ ਇਹ ਢਾਂਚੇ ਤੋਂ ਹੀ ਜਿਹੜਾ ਆਪਣਾ ਨਾਂ ਕੀ ਹੈ ਵਿਸ਼ਵਾਸ ਉੱਠ ਗਿਆ। ਇਸ ਕਰਕੇ ਅਸੀਂ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਜੀ ਜੀ ਜੀ। ਸੋ ਇਸ ਦੇ ਚੱਲਦੇ ਦੇਖਿਆ ਗਿਆ ਕਿ ਕਈ ਥਾਵਾਂ ਤੇ ਜਿਹੜੀ ਕਿ ਵੋਟਾਂ ਦਾ ਬਾਈਕਾਟ ਵੀ ਕੀਤਾ ਗਿਆ ਸੀ। ਅਸੀਂ ਉਸ ਤੇ ਵੀ ਚਰਚਾ ਕੀਤੀ ਸੀ ਤੇ ਉੱਥੇ ਹੁਣ ਬਾਈਬਲ ਕਲਾ ਗੋਲੀकांड ਦੇ ਜਿਹੜੇ ਪੀੜਤ ਸੀ ਉਹਨਾਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ, ਕਿਉਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾ ਰਹੀਆਂ, ਜਿਸ ਕਰਕੇ ਉਹਨਾਂ ਦੇ ਵੱਲੋਂ ਵੋਟਾਂ ਦਾ ਜਿਹੜਾ ਬਾਈਕਾਟ ਕੀਤਾ ਜਾ ਰਿਹਾ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਨਸ਼ੇ ਦੀ, ਇੱਕ ਪਾਸੇ ਤਾਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਹਰ ਇੱਕ ਦੇ ਵੱਲੋਂ ਨਸ਼ੇ ਦਾ ਲੱਕ ਤੋੜਨ ਦੀ ਗੱਲ ਹਮੇਸ਼ਾ ਹੀ ਕਹੀ ਜਾਂਦੀ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾਵੇਗਾ, ਕਿਉਂਕਿ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਵੱਡੀ ਪੱਧਰ ਤੇ ਜਿਹੜਾ ਕਿ ਵਿਕਦਾ ਨਜ਼ਰ ਆ ਰਿਹਾ। ਪੰਜਾਬ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੀ ਜਾ ਰਹੀ ਹੈ। ਉਸ ਨੂੰ ਲੈ ਕੇ
ਬੇਸ਼ੱਕ ਸਰਕਾਰਾਂ ਦੇ ਵੱਲੋਂ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ, ਪਰ ਜੇਕਰ ਹੁਣ ਇੱਕ ਰਿਪੋਰਟ ਦੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ 20 ਲੱਖ ਤੋਂ ਵਧੇਰੇ ਜਿਹੜੇ ਲੋਕ ਨੇ ਉਹ ਸ਼ਰਾਬ ਦੀ ਵਰਤੋਂ ਕਰਦੇ ਨੇ ਤੇ 15 ਲੱਖ ਤੋਂ ਵੱਧ ਜਿਹੜੇ ਤੰਬਾਕੂ ਦਾ ਇਸਤੇਮਾਲ ਕਰਦੇ ਨੇ। ਢਿੱਲੋਂ ਜੀ, ਹੁਣ ਦੋਨਾਂ ਚੀਜ਼ਾਂ ਨੂੰ ਤੰਬਾਕੂ ਦੇ ਉੱਤੇ ਪਾਬੰਦੀ ਹੈ। ਆਖਿਆ ਜਾ ਰਿਹਾ ਕਿ ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ ਤੋਂ 300 ਮੀਟਰ ਦੂਰ ਇਹਦੀਆਂ ਦੁਕਾਨਾਂ ਪਰ 50-50 ਗਜ ਤੇ ਖੜੀਆਂ ਨੇ। ਬਿਲਕੁਲ ਜੀ। ਤੇ ਇਹ ਪੀਜੀਆਈ ਦੀ ਇੱਕ ਰਿਪੋਰਟ ਹੈ ਜਿਹੜੇ ਇਹ ਅੰਕੜਾ ਦਿੱਤਾ ਉਹਨਾਂ ਨੇ। ਹਰ ਸਾਲ ਠੇਕਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਤਾਂ ਇਹੀ ਲੱਗਦਾ ਹੈ ਕਿ ਪਹਿਲਾਂ ਉੱਥੇ ਕਾਰਪੋਰੇਸ਼ਨ ਸੀ, ਇਹਨੇ ਕਾਰਪੋਰੇਸ਼ਨ ਤੋੜ ਕੇ ਪੰਜਾਬ ਦੇ ਵੱਡੇ ਠੇਕੇਦਾਰਾਂ ਨੂੰ ਠੇਕੇ ਦਿੱਤੇ। ਇਹ ਗੱਲ ਕਿਸੇ ਨੇ ਸੁਣੀ ਹੋਈ ਨਹੀਂ ਜੀ। ਸੋ ਜੇ ਲਗਾਤਾਰ ਹਰ ਸਾਲ ਹਰ ਰਾਜ ਦੇ ਵਿੱਚ ਠੇਕਿਆਂ ਦੀ ਗਿਣਤੀ ਵੱਧਦੀ ਹੈ, ਅਸੀਂ ਇਹ ਕਹਿੰਦੇ ਹਾਂ ਕਿ ਆਮਦਨ ਦਾ ਜ਼ਰੀਆ ਬਣਾ ਲਿਆ ਇਹਨਾਂ ਲੋਕਾਂ ਨੇ। ਕਈ ਥਾਵਾਂ ਦੇ ਉੱਤੇ ਆਪਣੇ ਗੁਆਂਢੀ ਸੂਬੇ ਰੀਨਾ ਜੀ ਗੁਆਂਢੀ ਸੂਬੇ ਦੇ ਵਿੱਚ ਹਰਿਆਣੇ ਦੇ ਵਿੱਚ ਸ਼ਰਾਬਬੰਦੀ ਕੀਤੀ ਸੀ, ਸ਼ਰਾਬ ਖਤਮ ਕਰਤੀ ਸੀ, ਪਰ ਉੱਥੇ ਵੀ ਦੁਬਾਰਾ ਸ਼ਰਾਬ ਸ਼ੁਰੂ ਕਰਤੀ ਕਿਉਂਕਿ ਸਰਕਾਰਾਂ ਨੂੰ ਵੱਡੀ ਚੋਖੀ ਆਮਦਨ ਇਸ ਵੇਲੇ ਅਕਸਾਈ ਤੋਂ ਹੁੰਦੀ ਹੈ। ਇਹ ਵੀ ਗੱਲ ਚੱਲਦੀ ਸੀ ਪਿਛਲੇ ਸਮੇਂ ਦੌਰਾਨ ਕਿ ਅਫੀਮ ਭੁੱਕੀ ਦੇ ਠੇਕੇ ਖੋਲ ਦਿੱਤੇ ਜਾਣ। ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਇਸ ਗੱਲ ਦੇ ਉੱਤੇ ਕਾਫੀ ਲੋਕ ਸਭਾ ਦੇ ਵਿੱਚ ਵੀ ਉਠਾਇਆ ਸੀ ਕਿ ਜੇ ਇਹ ਨਸ਼ੇ ਸਰਕਾਰੀ ਤੌਰ ਤੇ ਠੇਕਿਆਂ ਤੇ ਮਿਲਣ ਲੱਗ ਜਾਣਗੇ ਤਾਂ ਅਗਲੇ ਦਿਨਾਂ ਦੇ ਵਿੱਚ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਲੋਕ ਜਿਹੜੇ ਸਿੰਥੈਟਿਕ ਡਰੱਗ ਹੈ ਉਸ ਨੂੰ ਛੱਡ ਜਾਣ। ਜੀ ਢਿੱਲੋਂ ਜੀ, ਦੇਖਿਆ ਜਾ ਰਿਹਾ ਕਿ ਜਿਹੜੀ ਅਫੀਮ ਦੀ ਖੇਤੀ ਦੀ ਜਿਹੜੀ ਮੰਗ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਸਿਆਸੀ ਲੀਡਰਾਂ ਦੇ ਵੱਲੋਂ ਵੀ ਇਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਗਿਆ ਕਿ ਮੰਗ ਕੀਤੀ ਜਾ ਰਹੀ ਹੈ ਕਿ ਬਾਕੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਜਿਹੜਾ ਲਗਾਤਾਰ ਜਿਹੜਾ ਦੂਸਰਾ ਨਸ਼ਾ ਜਿਸ ਕਰਕੇ ਜਿਹੜੇ ਨੌਜਵਾਨ ਲਗਾਤਾਰ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਉਸ ਤੇ ਕਿਤੇ ਨਾ ਕਿਤੇ ਠੱਲ ਜ਼ਰੂਰ ਪਵੇਗੀ। ਪਰ ਜਦੋਂ ਪਤਾ ਇਹ ਤਸਵੀਰ ਸਾਹਮਣੇ ਪੇਸ਼ ਹੋ ਰਹੀ ਹੈ ਕਿ ਵਾਕਈ ਕੁਝ ਅਜਿਹਾ ਜੇ ਅਫੀਮ ਦੀ ਖੇਤੀ ਦੇ ਨਾਲ ਜੇਕਰ ਨੌਜਵਾਨੀ ਬਚਦੀ ਆ ਤਾਂ ਫਿਰ ਸਰਕਾਰ ਨੂੰ ਕੀ ਗੁਰੇਜ਼ ਹੈ ਇਸ ਦੇ ਵਿੱਚ? ਦੇਖੋ, ਇਸ ਦੇ ਵਿੱਚ ਕਈ ਰਾਜਾਂ ਦੇ ਵਿੱਚ ਹੋ ਰਹੀ ਹੈ। ਉੱਥੇ ਮਾਨਤਾ ਕੀ ਕਾਨੂੰਨਨ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਜਿਹੜਾ ਸਾਡਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਇਸ ਦਾ ਫੈਸਲਾ ਕੌਮੀ ਪੱਧਰ ਤੇ ਲੈਣਾ ਚਾਹੀਦਾ ਹੈ। ਇਹਨੂੰ ਰਾਜਾਂ ਤੇ ਨਹੀਂ ਛੱਡਣਾ ਚਾਹੀਦਾ। ਬਿਲਕੁਲ ਜੀ, ਇਹਨੂੰ ਕੌਮੀ ਪੱਧਰ ਤੇ ਲਓ। ਜੇ ਇਹਦੇ ਨਾਲ ਡਰੱਗ ਘਟਦਾ ਹੈਗਾ, ਕਦੇ ਦੇਖਿਆ ਅੱਜ ਤੱਕ ਜਿਹਨੇ ਫੀਮ ਖਾਧੀ ਹੋਵੇ ਜਾਂ ਭੁੱਕੀ ਖਾਧੀ ਹੋਵੇ ਉਹ ਕਦੇ ਰੂੜੀ ਤੇ ਡਿੱਗਿਆ ਪਿਆ? ਉਹ ਕੰਮ ਕਰਦਾ ਬਿਲਕੁਲ ਜੀ, ਵੱਧ ਕੰਮ ਕਰਦਾ। ਬਲਕਿ ਕਈ ਥੋੜੀਆਂ ਆਯੁਰਵੈਦਿਕ ਦੀਆਂ ਦਵਾਈਆਂ ਦੇ ਵਿੱਚ ਪੈਂਦਾ। ਲਕਵੇ ਦੇ ਵਿੱਚ ਜੇ ਕਿਸੇ ਨੂੰ ਸ਼ਿਕਾਇਤ ਹੋ ਜਾਵੇ, ਪੈਰਾਲਾਈਜ਼ ਦਾ ਅਟੈਕ ਹੋ ਜਾਵੇ, ਉਸ ਦੇ ਵਿੱਚ ਉਹ ਪਹਿਲਾਂ ਇਹ ਕਹਿੰਦੇ ਨੇ ਵੀ ਇਹਨੂੰ ਥੋੜੀ ਜਿਹੀ ਫੀਮ ਦਿਓ ਹੁਣੇ ਪਾਣੀ 'ਚ ਘੋਲ ਕੇ। ਸੋ ਜ਼ੁਕਾਮ ਤੇ ਕਈ ਹੋਰ ਚੀਜ਼ਾਂ ਨੇ ਜਿੱਥੇ ਅਫੀਮ ਜਿਹੜੀ ਹੈ ਉਹ ਕੰਮ ਆਉਂਦੀ ਹੈ। ਆਯੁਰਵੈਦਿਕ ਦੀਆਂ ਬਹੁਤ ਸਾਰੀਆਂ ਦਵਾਈਆਂ 'ਚ ਕੰਮ ਆਉਂਦੀ ਹੈ। ਇਹਦੇ ਤੇ ਸਟੱਡੀ ਕਰਨੀ ਚਾਹੀਦੀ ਹੈ। ਪਾਰਲੀਮੈਂਟ ਦੇ ਵਿੱਚ ਪੂਰੀ ਲੰਬੀ ਬਹਿਸ ਕਰਾਉਣ ਤੋਂ ਬਾਅਦ ਜੇ ਇਹਦੇ ਫਾਇਦੇ ਨੇ ਫਿਰ ਲਾਗੂ ਕਰ ਲਓ। ਜੀ ਬਿਲਕੁਲ ਜੀ। ਸੋ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ, ਮਿਹਰਬਾਨੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ। ਧੰਨਵਾਦ।